फॉलोअर्स इन इंडिया ओवरसीज सारिਆਂ ਦਾ बहुत बहुत शुक्रिया मूवमेंट ਦਾ सपोर्ट ਕਰਨ ਲਈ और आई हैव कम लाइव स्पेशली बिकॉज आई वाज गेटिंग लॉट्स एंड लॉट्स ऑफ मैसेजेस कि ਤੁਸੀਂ ਲਾਈਵ ਕਰੋ ਜ਼ਰਾ ਜਾਂ ਤੁਸੀਂ ਵੀਡੀਓਜ਼ ਦੱਸੋ ਕੀ ਚੱਲ ਰਿਹਾ ਉੱਥੇ ਉਹ ਤਾਂ ਉਹਦਾ ਉਸ ਪਲੇਸ ਦਾ ਕਵਰੇਜ ਦਿਓ ਸਾਨੂੰ। ਸੋ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇੱਥੇ ਬਹੁਤ ਸਾਰੇ ਲੋਕੀ ਬੈਠੇ ਹਨ ਦਿਸ ਫੇਮਸ ਪਰਸਨੈਲਿਟੀ ਯੂ ਆਲ ਮਸਟ ਬੀ ਨੋਇੰਗ ਜਿਹਨੂੰ ਇੱਕ ਬਾਲੀਵੁੱਡ ਦੀ ਸਟੂਪਿਡ ਅਸੀਂ ਨਾਮ ਵੀ ਨਹੀਂ ਲੈਣਾ ਬਿਕॉज ਅਸੀਂ ਬਾਇਕਾਟ ਕੀਤਾ ਹੋਇਆ ਬਾਇਕਾਟ ਕੀਤਾ ਉਹਦਾ ਨਾਮ ਹੀ ਨਹੀਂ ਅਸੀਂ ਲੈਣਾ ਉਸ ਉਹਨੇ ਬਹੁਤ ਕੁਝ ਕਿਹਾ ਸੀਗਾ ਸਰਦਾਰ ਜੀ ਨੂੰ ਸੋ ਇਸ ਕਰਕੇ ਅਸੀਂ ਉਹਦਾ ਨਾਮ ਹੀ ਨਹੀਂ ਲੈਣਾ ਤੇ ਤੁਸੀਂ ਜੋ ਕੁਝ ਕਹਿਣਾ ਚਾਹੁੰਦੇ ਹੋ ਪਲੀਜ਼ ਕਹਿ ਦਿਓ। ਸਾਡੇ ਫਰੈਂਡਸ ਫੋਲੋਅਰ ਜਿਹੜੇ ਓਵਰਸੀਜ਼ ਦੇ ਵੀ ਹੈਗੇ ਇਹ ਉਹਨਾਂ ਲਈ ਵੀ ਹੈਗਾ ਪਲੀਜ਼ ਸੀ ਇਹ ਸਾਡਾ ਅਸੀਂ ਲਾਈਵ ਇਸ ਲਈ ਆਏ ਸਪੈਸ਼ਲੀ ਬਿਕॉज ਵੀ ਵਾਂਟ ਯੂਰ ਸਪੋਰਟ ਫॉर ਟੁਮਾਰੋਜ਼ ਮੂਵਮੈਂਟ ਵਿਚ ਇਜ਼ 8th of December ਭਾਰਤ ਬੰਦ ਇਨ ਇੰਡੀਆ। ਸੋ ਅਸੀਂ ਚਾਹੁੰਦੇ ਹਾਂ ਤੁਸੀਂ ਟਵਿੱਟਰ ਤੋਂ ਇੰਸਟਾਗ੍ਰਾਮ ਤੋਂ ਫੇਸਬੁੱਕ ਤੋਂ ਸਾਡਾ ਸਪੋਰਟ ਕਰੋ ਸਾਰੇ ਐਂਡ ਇਸ ਮੂਵਮੈਂਟ ਨੂੰ ਮੇਕ ਇਟ ਅ ਹਿਊਜ ਸਕਸੈਸ ਗਾਇਜ਼। ਸੋ ਤੁਸੀਂ ਪਲੀਜ਼ ਡਾਕਟਰ ਰਿਤੂ ਸਿੰਘ ਜੀ ਮਹਾਰਾਜ ਤੁਹਾਡੇ ਤੇ ਚੜ੍ਹਦੀ ਕਲਾ ਰੱਖੇ ਆਪ ਜੀ ਦੇ ਪਰਿਵਾਰ ਤੇ ਰੱਖੇ। ਮੈਨੂੰ ਅੱਜ ਸੁਣ ਕੇ ਬੜੀ ਖੁਸ਼ੀ ਹੋਈ ਹੈ ਕਿ ਤੁਹਾਡੇ ਕੋਈ ਭਰਾ ਨਹੀਂ ਸੀਗਾ। ਜਦੋਂ ਤੁਹਾਡੇ ਭਰਾ ਨਹੀਂ ਸੀ ਤੇ ਤੁਹਾਡੀ ਮਾਤਾ ਸਾਡੀ ਮਾਤਾ ਸਾਰਿਆਂ ਦੀ ਆ। ਜੇ ਬੰਦਾ ਸਮਝੇ ਤਾਂ ਸਾਰਿਆਂ ਦੀ ਮਾਤਾ ਨੂੰ ਸਮਝਦਾ ਜੇ ਬੰਦਾ ਬੇਗੈਰਤਾ ਹੋਵੇ ਆਪਦੀ ਮਾਤਾ ਨੂੰ ਨਹੀਂ ਸਮਝਦਾ। ਇਸ ਕਰਕੇ ਇਹ ਮਾਤਾ ਨੇ ਤੁਹਾਡਾ ਨਾਮ ਲਾਤਾ ਸਿੰਘ। ਪਹਿਲਾਂ ਰੀਤੂ ਕੌਰ ਹੋਣਾ ਸੀ ਕਿਸੇ ਦਾ ਹੁਣ ਬਣ ਗਈ ਰੀਤੂ ਸਿੰਘ। ਸਿੰਘ ਨਾਮ ਹੁੰਦਾ ਸ਼ੇਰ ਦਾ। ਜਦੋਂ ਬੀਬੀ ਸ਼ੇਰ ਬਣ ਜਾਵੇ ਤੇ ਬਾਕੀ ਗੱਲ ਤਾਂ ਪੈ ਜਾਂਦੀ ਹੈ। ਬੜੀਆਂ ਵੱਡੀਆਂ ਗੱਲਾਂ ਤੁਸੀਂ ਕਿਸਾਨਾਂ ਦੇ ਦਰਦ ਨੂੰ ਲੈ ਕੇ ਮਜ਼ਦੂਰਾਂ ਦੇ ਦਰਦ ਨੂੰ ਲੈ ਕੇ ਅੱਜ ਗਲੀ ਗਲੀ ਜਾ ਰਹੇ ਹੋ ਸਾਰੀ ਟੀਮ ਜਾ ਰਹੀ ਹੈ। ਤੇ ਫਿਰ ਜਦੋਂ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਧੀਆਂ ਭੈਣਾਂ ਸੜਕ ਤੇ ਉਤਰ ਆਉਣ ਤੇ ਫਿਰ ਤਾਂ ਜਿੱਤ ਹੋਣੀ ਹੋਣੀ ਆ। ਮੋਦੀ ਕਹਿੰਦਾ ਬੰਦ ਦੀ ਕਿਹੜੀ ਗੱਲ ਬੰਦ ਤਾਂ ਅਸੀਂ ਕਰ ਹੀ ਦੇਣਾ। ਬੰਦ ਤਾਂ ਦਰਅਸਲ ਮੋਦੀ ਨੂੰ ਨਹੀਂ ਇਕੱਲਾ ਬੰਦ ਨਾਲ ਨਹੀਂ ਸਰਨਾ ਮੋਦੀ ਨੂੰ ਵੀ ਇਹਦਾ ਇੰਡੀਆ 'ਚ ਵੜਨਾ ਹੀ ਬੰਦ ਕਰ ਦੇਣਾ। ਇਸ ਕਰਕੇ ਇਹ ਜਾਬਰ ਹੈਗਾ ਉਹ ਕਿਰਪਾਨ ਅੰਦਰ ਨਹੀਂ ਇਹ ਰਾਈਟ ਕਿਹਨਾਂ ਨੇ ਦੇਣਾ ਇਸ ਦੀ ਜਿਹੜੀ ਇਹਦਾ ਐਕਸਰਸਾਈਜ਼ ਹੋਣ ਨਹੀਂ ਦਿੱਤਾ। ਦੂਜੇ ਪਾਸੇ ਜਿਹੜਾ ਇਹਨਾਂ ਨੇ ਇੱਕ ਸੰਵਿਧਾਨ ਦਿੱਤਾ ਸੀ ਸੰਵਿਧਾਨ ਦੀ ਧਾਰਾ 14 19 21 ਕਹਿੰਦੀ ਆ ਕਿ ਤੁਸੀਂ ਧਰਨਾ ਲਾ ਸਕਦੇ ਹੋ ਪ੍ਰੋਟੈਸਟ ਕਰ ਸਕਦੇ ਹੋ ਤੁਸੀਂ ਟੈਂਕੀ ਤੇ ਚੜ੍ਹ ਸਕਦੇ ਹੋ ਵਿਚਾਰੇ ਦੇ। ਇਹ ਇਹਨਾਂ ਦੇ ਮੁਤਾਬਕ ਉਹਨਾਂ ਨੇ ਸੜਕ ਰੋਕੀ। ਮੋਦੀ ਨੇ ਗੈਰ ਕਾਨੂੰਨੀ ਕਰਕੇ ਵੱਡੇ ਵੱਡੇ ਬੈਰੀਕੇਡ ਲਾਤੇ ਕੰਟੇਨਰ ਲਾਤੇ ਖਾਈਆਂ ਪੱਟਦੀਆਂ ਇਸ ਦੇ ਬਣਾਏ ਹੋਏ ਇਹਨਾਂ ਦੇ ਬਾਬਾ ਸਾਹਿਬ ਦੇ ਉਸ ਨੂੰ ਰੱਦ ਕਰ ਦਿੱਤਾ। ਪਰ ਇਹਨਾਂ ਦੇ ਰੱਦ ਕੀਤੇ ਹੋਏ ਲੋਕਾਂ ਨੂੰ ਅਸੀਂ ਸਾਰੇ ਬੰਦੇ ਆ ਨਾ ਉਹਨਾਂ ਨੂੰ ਠੀਕ ਕਰਦੇ। ਰੀਤੂ ਜੀ ਤੁਸੀਂ ਵੀ ਇਸ ਪਾਲਿਸੀ ਨੂੰ ਤੇ ਜਿਹੜਾ ਭਾਰਤ ਬੰਦ ਹੈ ਉਹ ਕੀ ਹੈ ਉਹ ਵੀ ਗੈਰ ਕਾਨੂੰਨੀ ਹੈ। ਅੱਜ ਭਾਰਤ ਬੰਦ ਦੀ ਯਾਦ ਬਰਾਦਰੀ ਨੇ ਸਾਨੂੰ ਸਮਰਥਨ ਸਾਨੂੰ ਭੀਮ ਆਰਮੀ ਨੇ ਸਮਰਥਨ ਸਾਨੂੰ ਸੁਪਰੀਮ ਕੋਰਟ ਦੇ ਜੱਜਾਂ ਨੇ ਸਮਰਥਨ ਸਾਨੂੰ ਮੁਸਲਮਾਨ ਕੌਮ ਨੇ ਸਮਰਥਨ ਸਾਨੂੰ ਈਸਾਈਆਂ ਨੇ ਸਮਰਥਨ ਸਾਨੂੰ ਵਕੀਲਾਂ ਨੇ ਸਮਰਥਨ ਸਾਨੂੰ ਸੋਸ਼ਲ ਐਕਟੀਵਿਟੀ ਨੇ ਸਮਰਥਨ ਸਾਨੂੰ ਦਿੱਲੀ ਦੇ ਸਾਰੇ ਮੁਲਾਜ਼ਮਾਂ ਬੀਬੀਆਂ ਨੇ ਜਿਨੇ NCDC ਦੇ ਵਿੱਚ ਸਾਰਿਆਂ ਨੇ ਸਮਰਥਨ ਟਰਾਂਸਪੋਰਟਰਾਂ ਨੇ ਸਮਰਥਨ ਸਾਨੂੰ ਬੰਗਲਾਦੇਸ਼ ਨੇ ਸਮਰਥਨ ਸਾਨੂੰ ਨੇਪਾਲ ਨੇ ਸਮਰਥਨ ਸਾਨੂੰ ਪਾਕਿਸਤਾਨ ਨੇ ਸਮਰਥਨ ਸਾਨੂੰ ਚਾਈਨਾ ਨੇ ਸਮਰਥਨ ਸਾਨੂੰ ਅਮਰੀਕਾ ਨੇ ਸਮਰਥਨ ਸਾਨੂੰ ਅਰਬ ਕੰਟਰੀ ਨੇ ਸਮਰਥਨ ਸਾਨੂੰ ਕੈਨੇਡਾ ਨੇ ਆਸਟ੍ਰੇਲੀਆ ਨੇ ਜਰਮਨ ਨੇ ਫਰਾਂਸ ਨੇ ਸਮਰਥਨ ਪਤਾ ਕੀ ਨਹੀਂ ਮਿਲ ਰਿਹਾ ਪਹਿਲਾਂ ਮੋਦੀ ਨੂੰ ਨਹੀਂ ਮਿਲਿਆ ਸਾਰਾ। ਜਦੋਂ ਕਿਸੇ ਗੱਲ ਨੂੰ ਕਰਨਾ ਜਦੋਂ ਕਿਸੇ ਨੂੰ ਗੱਲ ਕਰਨੀ ਹੋਵੇ ਨਾ ਜਦੋਂ ਕੋਈ ਨਾ ਮੰਨੇ ਇੱਕ ਪੰਚਾਇਤ ਹੁੰਦੀ ਹੈ ਮੈਨੂੰ ਸਮਝਾਉਣਾ ਇੱਕ ਪਿੰਡ ਦਾ ਸਰਪੰਚ ਹੋਵੇ ਸਰਪੰਚ ਦੇ ਨਾਲ ਮੈਂਬਰ ਉਹਦੇ ਹੋਣ ਜਦੋਂ ਪਿੰਡ ਦਾ ਸਰਪੰਚ ਛੱਪੜ ਨੱਪਣ ਲੱਗ ਪਏ ਗਰੀਬਾਂ ਦੇ ਘਰਾਂ ਤੇ ਕਬਜ਼ਾ ਕਰੇ ਉਹਨਾਂ ਨੂੰ ਪੈਨਸ਼ਨਾਂ ਨਾ ਦੇਵੇ ਜਦੋਂ ਪੰਚਾਇਤ ਤੋਂ ਉੱਪਰ ਉੱਠ ਕੇ ਨਾ ਪਿੰਡ ਉੱਠਦਾ ਹੈ ਪਿੰਡ ਜਦੋਂ ਸਾਰਾ ਇਕੱਠਾ ਹੋ ਜਾਏ ਉਦੋਂ ਫਿਰ ਕਹਿੰਦੇ ਆਮ ਇਜਲਾਸ ਹੁੰਦਾ ਹੈ। ਆਮ ਇਜਲਾਸ ਦੇ ਵਿੱਚ ਜਦੋਂ ਮਤਾ ਪਾਸ ਕਰਦੇ ਆ ਨਾ ਤੇ ਫਿਰ ਸਾਰੇ ਸਰਪੰਚ ਦੀ ਵੀ ਬੋਲਤੀ ਬੰਦ ਹੋ ਜਾਂਦੀ ਆ ਤੇ ਮੈਂਬਰਾਂ ਦੀ ਵੀ। ਤੇ ਜਦੋਂ ਇਹਨਾਂ ਨੇ ਪਾਰਲੀਮੈਂਟ ਸਾਡੇ ਨਾਲ ਨਹੀਂ ਹਾਈ ਕੋਰਟ ਨਹੀਂ ਸੁਪਰੀਮ ਕੋਰਟ ਨੇ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਤੇ ਫਿਰ ਉਹਨਾਂ ਆਮ ਇਜਲਾਸ ਹੋ ਰਿਹਾ ਕੱਲ ਨੂੰ ਪੂਰੇ ਭਾਰਤ ਦਾ। ਜਦੋਂ ਸਾਰਾ ਭਾਰਤ ਇਕੱਠਾ ਹੋ ਗਿਆ ਫਿਰ ਇਹਨਾਂ ਦੀ ਜਿਹੜੀ ਪਾਲਿਸੀ ਆ ਕੱਲ ਨੂੰ ਅਸੀਂ ਲਾਗੂ ਕਰ ਦੇਣੀ ਆ। ਇਸ ਕਰਕੇ ਇਹ ਸਾਰੇ ਅਸੀਂ ਕੱਲ ਨੂੰ ਭਾਰਤ ਬੰਦ ਹੋਊਗਾ ਤੇ ਮੈਂ ਦੂਜੇ ਪਾਸੇ ਕਹਿਣਾ ਜਿੰਨੇ MP ਆ ਰਾਜ ਸਭਾ ਮੈਂਬਰ ਲੋਕ ਸਭਾ ਇਹ ਸਾਰੇ ਆਪਣੇ ਰਿਜ਼ਾਈਨ ਦੇ ਦੇਣ ਕਿਉਂਕਿ ਜਦੋਂ ਤੁਹਾਡੀ ਵਿਧਾਨ ਸਭਾ 'ਚ ਗੱਲ ਨਹੀਂ ਹੁੰਦੀ ਤੁਹਾਡੀ ਪਾਰਲੀਮੈਂਟ 'ਚ ਲੋਕ ਸਭਾ 'ਚ ਨਹੀਂ ਹੁੰਦੀ ਹੋਰ ਤੁਹਾਡਾ ਕਿਸੇ ਨੇ ਚਾਰ ਪਾਉਣਾ ਕਿਸੇ ਨੇ। ਹੁਣ ਜੇ ਤੁਸੀਂ ਨਾਲ ਲੈਣਾ ਹੈ ਤੇ ਫਿਰ ਸਮਝ ਲਓ ਤੁਸੀਂ ਵੀ ਮੋਦੀ ਦੇ ਨਾਲ ਢੇਡੇ ਡੰਗੜਾ ਇਹ ਛੱਡ ਕੇ ਆਓ
ਤੇ ਇੱਥੇ ਲੋਕਾਂ ਦੇ ਵਿੱਚ ਆਓ ਤੇ ਫਿਰ ਮੈਂ ਬਾਦਲ ਪ੍ਰਕਾਸ਼ ਸਿੰਘ ਬਾਦਲ ਤੂੰ ਜੋ ਵੱਡਾ ਨੁਕਸਾਨ ਕੀਤਾ ਹੈ, ਤੂੰ ਕਹਿੰਦਾ ਭਾਰਤ ਰਤਨ ਵਾਪਸ ਕਰਤਾ, ਤੂੰ ਡਰਾਮਾ ਕਰੀ ਜਾਂਦਾ। ਉਹ ਢੀਂਡਸਾ ਤੂੰ ਵੀ ਵਾਪਸ ਆ। ਪਹਿਲਾਂ ਤੂੰ ਭਾਰਤ ਰਤਨ ਕਿਉਂ ਕਿਹਾ? ਦਰਬਾਰ ਸਾਹਿਬ ਤੇ ਹਮਲਾ ਹੋਇਆ, ਭਾਰਤ ਨੂੰ ਲੈ ਦੇ ਤੁਹਾਡੇ ਸਿਰ ਤੇ ਪੱਗ ਲਵੇ, ਦਰਬਾਰ ਸਾਹਿਬ ਢਾਹ ਦੇ, ਤੋਸ਼ਾਖਾਨਾ ਮਿਲੇ ਨਾ, ਸਿੱਖ ਰੈਫਰੈਂਸ ਲਾਇਬ੍ਰੇਰੀ ਮਿਲੇ ਨਾ, ਸਾਡੇ ਨੌਜਵਾਨ 25-25 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਹੋਣ, ਤੂੰ ਲਵੇਂ ਪੰਥ ਰਤਨ ਤੇ ਹੁਣ ਮੋੜੇ ਤੇ ਕਰੇ ਡਰਾਮਾ ਤੇ ਨਾਲ ਦੀ ਨਾਲ ਰਲਿਆ ਰਹੇ। ਮੈਂ ਤੂੰ ਹਰਸਿਮਰਤ ਬੀਬਾ ਉਹਦੇ ਨਾਲ ਰਲੀ ਰਹੀ, ਸਾਰਾ ਕੁਝ ਸਾਰੇ ਇੱਕ ਦੂਜੇ ਨਾਲ ਰਲੇ ਤੇ ਫਿਰ ਹੁਣ ਦਸ਼ੰਤ ਚਟਾਲੇ ਨੂੰ ਤੂੰ ਕੀ ਕਿਹਾ? ਤੂੰ ਖੱਟੜ ਦੇ ਨਾਲ ਤੂੰ ਮਿਲਿਆ ਨਾ, ਹੁਣ ਦਸ਼ੰਤ ਚਟਾਲਾ ਤੂੰ ਆ ਖੱਟੜ ਦੀ ਸਰਕਾਰ ਮੁੱਦੀ ਕਰ। ਜੇ ਮੁੱਦੀ ਕਰੇਗਾ ਨਹੀਂ ਤਾਂ ਤੈਨੂੰ ਵੀ ਅਸੀਂ ਸੜਕਾਂ ਤੇ ਘੇਰ ਲੈਣਾ। ਅੱਜ ਇਸ ਤਰੀਕੇ ਨਹੀਂ ਚੱਲਣੀ। ਅੱਜ ਅਖਿਲੇਸ਼ ਯਾਦਵ ਤਾਂ ਸੜਕ ਤੇ ਆ ਗਿਆ 3-4 ਮਹੀਨਿਆਂ ਬਾਅਦ, ਉਹਨੂੰ ਫੜ ਲਿਆ। ਉਹਨੂੰ ਕਿਉਂ ਫੜਿਆ? ਗੈਰ ਕਾਨੂੰਨੀ ਕੀਤਾ। ਅਖਿਲੇਸ਼ ਯਾਦਵ ਜੀ ਤੁਸੀਂ ਵੀ ਸੋਚੋ, ਸਾਨੂੰ ਵੀ ਤੁਹਾਡੇ ਨਾਲ ਪਹਿਲਾਂ ਫੜਿਆ ਹੋਇਆ। ਸਾਡੇ ਤੇ ਆ ਬੈਠੇ 3 ਪਰਚੇ ਕੀਤੇ, ਪਰ ਪਰਚਿਆਂ ਦਾ ਕੋਈ ਪਰਵਾਹ ਨਹੀਂਗਾ। 3 ਪਰਚੇ ਹੋਏ ਆ, ਸਾਡੇ ਟੈਂਟ ਤੋੜੇ ਆ, ਬਹੁਤ ਬੁਰਾ ਮੋਦੀ ਸਰਕਾਰ ਨੇ ਕੀਤਾ, ਪਰ ਅਸੀਂ ਡਟੇ ਹੋਏ ਆ। ਪੰਜਾਬ ਬੰਦ ਠੋਕ ਕੇ ਕਰਾਂਗੇ, ਠੋਕ ਕੇ ਕਰਾਂਗੇ, ਠੋਕ ਕੇ ਤੁਸੀਂ ਦੇਖਿਆ, ਐਵਰੀਬਾਡੀ ਹੈਜ਼ ਵਾਚਡ ਇਟ। ਕੋਈ ਹੋਰ ਕੁਝ ਕਹਿਣਾ ਚਾਹੁੰਦਾ ਹੈ? ਪਲੀਜ਼ ਆਪਣੇ ਵਿਊਜ਼ ਰੱਖੋ। ਦੇਖੋ ਸਿੰਘ ਸਾਹਿਬ ਜੀ, ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਕੋਲੇ ਸ਼ਬਦ ਨਹੀਂ ਜਿਹੜਾ ਅਸੀਂ ਤੁਹਾਡਾ ਧੰਨਵਾਦ ਕਰੀਏ, ਜਿਹੜਾ ਕਿ ਸਾਨੂੰ ਦਿੱਲੀ ਦੇ ਵਿੱਚ ਤੁਸੀਂ ਇੰਨਾ ਸਮਰਥਨ ਦੇ ਰਹੇ ਹੋ ਤੇ ਸਾਨੂੰ ਦੂਜੀਆਂ ਕੰਟਰੀਆਂ ਦੇ ਵਿੱਚੋਂ ਸਮਰਥਨ ਆ ਰਿਹਾ। ਇਹਦਾ ਮਤਲਬ ਇੱਕੋ ਹੀ ਹੈ, ਜਿਹੜੀ ਮੈਂ ਪਹਿਲਾਂ ਵੀ ਪ੍ਰੈਸ ਨੂੰ ਕਹਿ ਕੇ ਹਟਿਆ ਕਿ ਇਤਿਹਾਸ ਦੇ ਵਿੱਚ ਇਹ ਪਹਿਲੀ ਜਿੱਤ ਹੋਣੀ ਹੈ ਜਿਹੜਾ ਸੈਂਟਰ ਦੀ ਸਰਕਾਰ ਨੂੰ ਝੁਕਣਾ ਤੇ ਇਹ ਝੁਕ ਚੁੱਕੀ ਹੈ। ਸਿਰਫ ਹੁਣ ਡਰਾਮਾ ਕਰ ਰਹੀ ਹੈ। ਹੁਣ ਉਹਨੂੰ ਕਹਿਣਾ ਨਹੀਂ ਆਉਂਦਾ, ਨਾਦਰਸ਼ਾਹੀ ਉਹਦੀ ਜਿਹੜੀ ਖਤਮ ਹੋ ਚੁੱਕੀ ਹੈ ਨਰਿੰਦਰ ਮੋਦੀ ਦੀ, ਤੇ ਬਹੁਤ ਜਲਦ ਉਹਨੂੰ ਇਹ ਡਰਾਮਾ ਇਹਦਾ ਬੰਦ ਕਰਕੇ ਇਹਨੂੰ ਪੰਜਾਬੀ 'ਚ ਕਹਿਣਾ ਪੈਣਾ ਵੀ ਤੁਸੀਂ ਜਿੱਤੇ ਅਸੀਂ ਹਾਰੇ। ਜਿਹੜਾ ਕਾਨੂੰਨ ਕਹੋਗੇ ਅਸੀਂ ਉਹ ਲਾਗੂ ਕਰਦੇ ਹਾਂ ਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਾ ਕੇ ਜਾਵਾਂਗੇ। ਇਸੇ ਦਿੱਲੀ ਦੀ ਧਰਤੀ ਤੇ ਆਪਾਂ ਜਸ਼ਨ ਮਨਾ ਕੇ ਅਰਦਾਸਾਂ ਬੇਨਤੀਆਂ ਕਰਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਭਾਈ ਇੱਥੇ ਕਣਕ ਵੀ ਬੀਜਤੀ, ਛੋਲੇ ਵੀ ਬੀਜਤੇ, ਸਰੋਂ ਵੀ ਬੀਜਤੀ, ਕੱਲ ਨੂੰ ਹੋਰ ਬੀਜ ਦਾਂਗੇ। ਸਾਨੂੰ ਲੋੜ ਹੀ ਨਹੀਂ, ਇਤਨੇ ਜਿਹੜਾ ਸਾਡਾ ਪਾਣੀ ਮੁੱਕੂਗਾ ਇਤਨਾ ਤਿਆਰ ਹੋ ਜਾਊਗਾ। ਬਸ ਸਾਰਿਆਂ ਦੇਖਿਆ ਕਿ ਜੋਸ਼ ਹੈਗਾ ਸਾਰਿਆਂ ਦੇ ਅੰਦਰ। ਆ ਜੋਸ਼ ਇਹੀ ਹੈਗਾ। ਮੇਜਰਲੀ what I want to talk about is tomorrow's movement. We want to make it a big success, and this movement each and everybody, ਬੱਚੇ ਤੋਂ ਲੈ ਕੇ ਵੱਡੇ ਤੱਕ, everybody is so damn aware here. And right before the uncle, he very rightly pointed out the importance of constitution of India, and in that our rights, fundamental rights ਦੀ ਗੱਲ ਕੀਤੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡਾ ਬੇਸਿਕ ਰਾਈਟ ਹੈਗਾ, ਸਾਡੀ ਜਿਹੜੀ ਆਵਾਜ਼ ਹੈਗੀ, ਫਰੀडम ऑफ वॉइस, ਸਾਡਾ ਬੇਸਿਕ ਰਾਈਟ ਹੈਗਾ, freedom to peaceful protest. These are our rights and we can chase it. So that's what we are doing. We are doing peaceful protest. ये सारे साढ़े rights हैगे ने. So we are not asking for anything which you can't give. तो एक घर का मुखिया, अब मैं थोड़ा सा I'll just talk in Hindi because a lot of followers are there in those who can't understand Punjabi. So what I'm going to say is that कि ये सारी चीज़ें जो भी संविधान में हमें लिखी है, वाई वी नीड टू गिव इम्पोर्टेंस टू आवर कॉन्स्टिट्यूशन, बिकॉज ये कॉन्स्टिट्यूशन ही है जो हमें ये राइट देता है। एंड देयर आर फोर्सेस, नेगेटिव फोर्सेस वो वर्किंग अगेंस्ट इट, जो चाहते हैं सारी चीज़ों को ख़त्म करना ये आगे जाके। क्योंकि अगर कोई इंसान इस कंट्री में फ्री प्रोटेस्ट स्ट्रीट्स पे है, वो अपनी लिबर्टी को चेस कर रहा है प्रोटेस्ट करने की, और आप उस लिबर्टी को ख़त्म कर उनके ऊपर अत्याचार कर रहे हैं, या everything you have seen, nothing is hidden. Though this mainstream media is not showing it, but we are least bothered whether they are showing or not. But you can see the zeal, the enthusiasm here, and you can also see this. This is sort of an eternal bliss. If you see this courage, आप रियलाइज़ करोगे कि अगर जो भी जानते होंगे सिंहों के इतिहास के बारे में कि वो कितनी बड़ी फतेह करके गए हैं पहले भी दिल्ली पे। जो रसोई में चलती है, घर में पकती है, वो किसान ही पैदा करता है। असी भारत को आज़ाद कराने के लिए 93% कुर्बानियाँ किया है। साढ़े नाल बार बार बेइंसाफी हुई है। 47 तो लैके साढ़े नाल वादे हुए भी आज़ाद कितना दिया जाएगा, पर वो नहीं दिया। तो हमको गलों में टायर भी पाए गए, साढ़े दरबार से भी उठाए गए, साढ़े नौजवान झूठे मुकाबलों में भी उनको मारा गया। कोई जो
सानू इंसाफ नहीं मिला, साढ़े धर्म का भी निरादर होया। जो बादल है उसने पंजाब का बेड़ा गर्क कर दिया, तो उसने हमेशा पंथ नाल किसानों नाल धोखा किया। कहता है हम किसानों के साथ खड़ते हैं, पर उन्होंने किसानों की जड़ बड़ी है। किसानों के जड़े दस्तखत किए हैं बिल पर वो बादल के है, तो उन्होंने ड्रामा किया, पद्म भूषण जो वापस किया है, तो वो बिल्कुल ड्रामा कर रहा है। लोग उसकी नहीं चलन देंगे, उसको घर बैठना चाहिए, शायद छोड़कर नाल उसको तुरना चाहिए। तो जे लोग हुण उनकी नहीं चलने देते, भाजपा जो है वो धक्का कर रही है, उनका धक्का बर्दाश्त नहीं करेंगे। कोई असी हिंदू राष्ट्र नहीं बन देवांगे। ये भारत है, हर वर्ग हर धर्म के लोग इतने रहते हैं, नहीं चलने देंगे धक्का सही। बहुत ब्यूटीफुल चीज़ बात अभी इन्होंने यहाँ पे कही है कि हम इस भारत के टुकड़े नहीं या फिर इसको बटने नहीं देंगे। कि इफ़ यू विल से दिस सुप्रीमेसी, जो आपके अंदर फीलिंग है कि ओनली दिस लोग शासन में बैठते हैं, तो उनको ये चीज़, उनको समटाइम्स ये चीज़ दिखाना बहुत ज़रूरी होती है कि लोगों के अंदर, लोकतंत्र के अंदर लोगों का कितनी पावर है हर एक के हाथ में। 1 वोट 1 वैल्यू की बात उनको बताना, क्योंकि जो आपको वहाँ बिठा सकता है वो आपको वहाँ उतार भी सकता है। सो भारत बंद होना एक यही वो है हम सबकी तरफ से कि we can show our solidarity, our unity, कि आपकी जो चीज़ें गलत है क्योंकि आप हमारे हित के लिए, आप हमारे लिए वहाँ बैठे, हमारे भले के लिए। और जिस चीज़ में आधे से ज़्यादा जनता को उसका भला नहीं नज़र आ रहा, सो यू आर सपोज टू नॉट कीप दैट लॉ और फ्रेम दैट लॉ और मेक इट एज एन एक्ट, यू आर सपोज टू नॉट डू दैट। थैंक यू। ओके, किसी ने और कुछ कहना कुछ बोल। हले मोदी मत समझे भी पूरे किसान आगे भी इतने किए हैं। अभी तो 25% आए हैं, 75% बाकी पड़े हैं। ये 26 से 27 वाली काल होते ही आएंगे। इसके बाद जो और ज़रूरत पड़ेगी तो बहुत जनता खड़ी है मगर हमारे। हेलो जी, हेलो टू माय फेसबुक फ्रेंड्स। सो जो भी दोस्त हुआ वॉचिंग हियर, आप सबसे मेरी यही रिक्वेस्ट है कि कल भारत बंद के लिए समर्थन दें और जितना हो सके आप कहीं पे भी बैठे हैं, थ्रू योर फेसबुक, ट्विटर एंड इंस्टाग्राम, आप अगर कहीं दूर हैं और फिज़िकली नहीं भी आ सकते हैं तो अपना सपोर्ट दें, ऑनलाइन के मीडियम से दें, कैसे भी करके अपना सपोर्ट दें। दैट इज़ मच नीडिड, क्योंकि ऐसी जो गवर्नमेंट्स हैं, जिस तरीके का रूल जिसने डेवलपमेंट की तरफ कम आगे बढ़ाया है, हमको पीछे ज़्यादा धकेला है, चाहे वो किसी भी चीज़ में हो, चाहे वो जॉब्स को लेकर हो, चाहे वो एम्प्लॉयमेंट को लेके हो, और अनएम्प्लॉयमेंट का रेट देखिए कैसे बढ़ता जा रहा है। तो इस तरीके की चीज़ें जिसमें उन्होंने हमारा बुरा ही हमें तो समझ में आया कि किया है अभी तक और वही हुआ है, तो उनसे लड़ने के लिए इस तरह का पीपल्स मूवमेंट बहुत इंपॉर्टेंट होता है कि जहाँ पे लोग अपनी लोकतंत्र में अपनी ताकत दिखाएं। और वो ताकत तभी दिखेगी जब हम सब एक दूसरे का साथ देंगे, इर्रिस्पेक्टिव ऑफ कास्ट, क्रीड, कलर, कम्युनिटी, आप कुछ भी हैं। वी डोंट हैव टू सी दैट बिकॉज दैट वाज नेवर आवर एजेंडा। दीज थिंग्स वर नेवर सो प्रोमिनेंट बिफोर 2014। सो आई थिंक कि हम सबको इन सारी चीज़ों से ऊपर उठ के आगे आना चाहिए और इनका साथ देना चाहिए। वी आर ट्राइंग आवर बेस्ट, आई एम ट्राइंग माई बिट, वॉट एवर आई कैन डू, यहाँ पे आकर सॉलिडारिटी, इनको अपनी यूनिटी देकर, बिकॉज हम लोग इन्हीं का दिया, इन्हीं का उगाया खाते आए हैं। एंड ये मजाल हमारी तो नहीं है कि हम इन लोगों के साथ गुस्ताखी करें और गद्दारी करें। एंड ऑल्सो वन मोर पॉइंट विच आई वॉन्ट टू शेयर हेयर कि देर आर फ्यू चैनल्स, दिस मेन मीडिया, दोज हु कॉल द मेन मीडिया, द गद्दार एंड द दलाल्स, दोज हु नेवर शो दिस कवरेज, उनके लिए मेरा ये कहना है कि जो DNA चैनल चलाते हैं, एक स्टूपिड से एंकर, द वन पर्सन वॉज सेइंग टुडे कि ये किसान जो है, ये कि एक किसान का बेटा ट्विटर ट्रेंड चला लेता है और ऐसे बस चल रहे हैं ना, किसान का बेटा ट्विटर ट्रेंड चला लेता है, मतलब कैसे किसी चीज़ को ट्विटर ट्रेंड कर देता है, ऐसे तो बिना पावर के तो नहीं, या बिना किसी के पीछे बैकअप होके तो नहीं कर सकता। आई थिंक इस तरह के मूर्ख लोगों, जिनका खुद का DNA क्या है उनको नहीं पता, जो खुद क्या है उनको नहीं पता, आप खुद किसी की दलाली और गद्दारी करते हैं और आप दूसरे पे इस तरह के सवाल उठाते हैं, दूसरों पर इस तरह की बातें करते हैं, क्योंकि आप लोगों को पता नहीं है कि जब लोग सड़कों पर उतरते हैं, जब जनता सड़कों पे आती है,
या एक इंसान की ताकत, 1 वोट की ताकत क्या है, आई थिंक आपको नहीं पता, क्योंकि जो आपकी जेबों में पैसा आता है वो कहाँ से आता है हम सबको पता है, और आप किस वहाँ बैठ के दलाली गद्दारी कर रहे हैं और किसको खुश कर रहे हैं ये बहुत अच्छे से सब जानते हैं। ऐसा होता था हमेशा कि जब भी कोई मूवमेंट होती थी, प्रोटेस्ट होते थे, हमने अपनी इस पूरी दौरान प्रोटेस्ट के इस पूरे एक हिस्ट्री के दौरान देखा है कि मीडिया आती थी और लोगों से पूछती थी कि क्या हुआ है, क्यों आप सड़कों पे, सरकार ने ऐसा क्या किया है या क्या गलती हो गई सरकार से। ये पहली गोदी मीडिया, इस तरह की मीडिया ये कि ये सड़कों पे आती है और लोगों से, प्रोटेस्टर्स से पूछती है कि क्या हुआ है ऐसा, नहीं सरकार तो सही है, आप लोग गलत है, आप लोग प्रोटेस्ट क्यों कर रहे हैं। सो आई थिंक वी नीड टू स्टे एक तो इनका बॉयकॉट कीजिए और अवेयर रहिए इन सारी चीज़ों से, इनके इस तरीके के फेक एजेंडा से वी नीड टू स्टे अवेयर, एंड इसी तरीके से हम लोग अपना लाइव करें, अपनी बात करें, अपनी बात रखें, सोशल मीडिया को इम्पोर्टेंस दें और उसके उसी मीडियम से इफ़ वी कैन गिव आवर सपोर्ट।